ਸਾਰਿਆਂ ਨੂੰ ਆਪਣੇ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਜਿਹੜਾ ਟਾਈਟਲ ਹੈ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਕੱਲ ਜਦੋਂ ਅਸੀਂ ਬੀਜ ਘੁਟਾਲੇ ਦੇ ਮਾਸਟਰਮਾਈਂਡ ਸਿਮਰਜੀਤ ਸਿੰਘ ਬੈਂਸ ਨੂੰ ਅਸੀਂ ਘੇਰਿਆ ਤੇ ਮੇਰੇ ਹਿਸਾਬ ਨਾਲ ਉਸ ਗੱਲ ਤੇ ਜੋ ਉਹਨਾਂ ਨੇ ਰਿਐਕਸ਼ਨ ਦਿੱਤਾ ਤੇ ਉਹਦਾ ਮੈਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਅਸੀਂ ਉਹਨੂੰ ਇੱਕ ਨਾਮ ਸੱਜਣ ਠੱਗ ਦਾ ਦਿੱਤਾ। ਉਹਦਾ ਕਾਰਨ ਕੀ ਹੈ ਵੀ ਸੱਜਣ ਠੱਗ ਕਿਉਂ? ਉਹਦੇ ਉੱਤੋਂ ਮੈਂ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗਾ ਵੀ ਜਿਸ ਗੱਲ ਨੂੰ ਲੈ ਕੇ ਅਸੀਂ ਪ੍ਰੋਟੈਸਟ ਕੀਤਾ ਸੀ, ਜਿਹਦੇ ਕਰਕੇ ਸਾਨੂੰ ਦੁੱਖ ਹੋਇਆ ਸੀਗਾ। ਇੱਕ ਗਰੀਬ ਕਿਸਾਨ ਜਿਹਨੂੰ ਅੰਨਦਾਤਾ ਦਾ ਨਾਮ ਦਿੱਤਾ ਗਿਆ, ਜਿਹੜਾ ਪੂਰੇ ਹਿੰਦੁਸਤਾਨ ਦਾ ਢਿੱਡ ਭਰਦਾ ਮਿਹਨਤਕਸ਼ ਲੋਕ, ਜਿਹੜੇ ਪੰਜਾਬ ਨੂੰ ਬਚਾ ਕੇ ਜਿਹਨਾਂ ਰੱਖਿਆ, ਜਿਹੜੇ ਪੰਜਾਬੀਆਂ ਦੇ ਬੱਚੇ, ਜੇ ਕਿਸਾਨ ਮਿਹਨਤ ਕਰਦਾ ਤੇ ਪੰਜਾਬੀਆਂ ਦੇ ਬੱਚੇ ਅੱਜ ਦੁਨੀਆ ਭਰ ਦੇ ਵਿੱਚ ਜੇ ਮਾਣ ਇੱਜ਼ਤ ਮਿਲ ਰਹੀ ਹੈ ਤੇ ਉਹਦੇ ਵਿੱਚ ਬੜਾ ਵੱਡਾ ਜਿਹੜਾ ਯੋਗਦਾਨ ਕਿਸਾਨਾਂ ਦਾ। ਜਿਹੜਾ ਬੀਜ ਘੁਟਾਲੇ ਦਾ ਜਿਹੜਾ ਮੁੱਦਾ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਜਿਹੜਾ ਚੱਕਿਆ ਸੀਗਾ, ਜਿਹੜਾ ਕਿ ਗਰੀਬ ਕਿਸਾਨਾਂ ਨਾਲ ਜਿਹੜਾ ਖੂਨ ਨਿਚੋੜੇ ਜਾ ਰਹੇ ਸੀ, ਧੱਕਾ ਹੋ ਰਿਹਾ ਸੀ, ਜਿਹੜਾ 128 29 PR ਦਾ ਜਿਹੜਾ ਬੀਜ ਹੈ, ਜਿਹੜਾ ਯੂਨੀਵਰਸਿਟੀ ਦੇ ਅੰਦਰੋਂ ਕਿੱਦਾਂ ਬਾਹਰ ਗਿਆ, ਉਹ ਚੋਰੀ ਕਰਕੇ 200 ਰੁਪਏ ਬਰੀਡ ਉਹਦੀ ਤਿਆਰ ਕਰਕੇ 200 ਰੁਪਏ ਕਿਲੋ ਗਰੀਬ ਕਿਸਾਨਾਂ ਨੂੰ ਵੇਚਿਆ ਗਿਆ ਤੇ ਠੱਗਿਆ ਗਿਆ। ਬੀਜ ਘੁਟਾਲੇ ਦਾ ਜਿਹੜਾ ਮੁੱਦਾ ਚੱਕਿਆ ਸੀਗਾ ਤੇ ਉਹਦੇ ਵਿੱਚ ਬਾਰ-ਬਾਰ ਅਕਾਲੀ ਦਲ ਤੋਂ ਅਸੀਂ ਇਹੀ ਕਹਿੰਦੇ ਸੀਗੇ ਕਿ ਇਹਦੇ ਪਿੱਛੇ ਕਾਂਗਰਸ ਬੜੇ ਵੱਡੇ ਹੱਥ ਹੈ, ਸੁਖੀ ਰੰਧਾਵਾ ਜੀ ਮੰਤਰੀ ਸਾਹਿਬ ਦੇ। ਤੇ ਉਹ ਤਾਂ ਨਿਕਲੇ ਲੱਕੀ ਢਿੱਲੋਂ ਨਿਕਲਿਆ, ਇੱਕ ਬਰਾੜ ਸੀਟ ਦੇ ਜਿਹੜੇ ਹਰਵਿੰਦਰ ਸਿੰਘ ਜੀ ਹੈ ਉਹਨਾਂ ਦਾ ਵੀ ਜਿਹੜਾ ਗ੍ਰਿਫਤਾਰੀ ਹੋਈ, ਕਿਉਂਕਿ ਮੁੱਦਾ ਬੜਾ ਵੱਡਾ ਸੀਗਾ, ਲੋਕਾਂ ਨਾਲ ਧੱਕਾ ਹੋ ਰਿਹਾ ਸੀ, ਕਿਸਾਨਾਂ ਨਾਲ ਧੱਕਾ ਹੋ ਰਿਹਾ ਸੀ। ਸਾਨੂੰ ਇੱਕ ਹੈਰਾਨਗੀ ਹੋ ਰਹੀ ਸੀ, ਮੈਨੂੰ ਬਾਰ-ਬਾਰ ਮੈਂ ਆਪਣੇ ਮਨ 'ਚ ਸੋਚਦਾ ਸੀ ਵੀ ਜਿਹੜਾ ਗੱਲ ਤੇ ਲਾਈਵ ਹੋਣ ਵਾਲਾ ਬੰਦਾ, ਜਿਹਨੂੰ ਮੁੱਦਾ ਚਾਹੀਦਾ ਹੁੰਦਾ, ਮੁੱਦਾ ਹੋ ਕੇ ਲਾਈਵ ਹੋ ਕੇ ਹਰ ਗੱਲ ਨੂੰ ਅੱਗੇ ਲੈ ਕੇ ਆਉਂਦਾ, ਜਿਸ 'ਚ ਉਹਦੀ TRP ਬਣਦੀ ਹੈ, ਜਿਸ 'ਚ ਲੋਕਾਂ ਦੇ ਵਿੱਚ ਦਿਖਾਉਂਦਾ ਕਿ ਮੈਂ ਮਸੀਹਾ ਹਾਂ, ਜਦਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਮਸੀਹਾ ਨਹੀਂ, ਇਹ ਸੱਜਣ ਠੱਗ ਆ। ਪਰ ਇਹਦਾ ਰੂਪ ਅੱਗੇ ਲੈ ਕੇ ਆਉਣਾ ਮੈਂ ਕਹਿੰਦਾ ਪ੍ਰਮਾਤਮਾ ਦੀ ਕਿਰਪਾ, ਕਿਉਂਕਿ ਹਮੇਸ਼ਾ ਪ੍ਰਮਾਤਮਾ ਦੀ ਕਹਿੰਦੇ ਕਿ ਸੋਟੀ 'ਚ ਆਵਾਜ਼ ਨਹੀਂ ਹੁੰਦੀ, ਜਦੋਂ ਪ੍ਰਮਾਤਮਾ ਦੀ ਲਾਠੀ ਵੱਜਦੀ ਨਾ ਪੈਂਦੀ ਬੜੀ ਜ਼ੋਰ ਦੀ ਹੈ। ਉਹਦੇ ਵਿੱਚ ਗਲਤੀ ਚਾਹੇ ਮੈਂ ਕੀਤੀ ਹੋਵੇ ਚਾਹੇ ਕਿਸੇ ਨੇ ਕੀਤੀ ਹੋਵੇ। ਉਹ 'ਚ ਇਹਨਾਂ ਦਾ ਇੱਕ ਖਾਸ ਸਾਥੀ ਭੂੰਦੜੀ ਪਿੰਡ ਤੋਂ ਬਲਜਿੰਦਰ ਸਿੰਘ ਭੱਠਲ, ਜਦੋਂ ਬਲਜਿੰਦਰ ਸਿੰਘ ਭੱਠਲ ਦੀ ਗ੍ਰਿਫਤਾਰੀ ਹੋਈ ਤੇ ਬੜੇ ਇਹਨਾਂ ਨੇ ਹੱਥ ਪੈਰ ਮਾਰੇ ਉਹਨੂੰ ਬਚਾਉਣ ਦੇ, ਤੇ ਇਹ ਸੁਸਰੀ ਵਾਂਗੂ ਸੋ ਗਿਆ। ਸਿਮਰਜੀਤ ਸਿੰਘ ਬੈਂਸ ਸੁਸਰੀ ਵਾਂਗੂ ਸੋ ਗਿਆ। ਇਹ ਮੈਂ ਸੋਚ ਰਿਹਾ ਸੀ ਵੀ ਲਾਈਵ ਕਿਉਂ ਨਹੀਂ ਹੋ ਰਿਹਾ? ਦਾ ਕਾਰਨ ਕੀ ਸੀ ਕਿ ਇਹ ਬੜੇ ਵੱਡੇ ਇਹਦੇ ਕਪਲੇ ਸੀ, ਬੜੇ ਵੱਡੇ ਇਹਨੂੰ ਫੰਡ ਆ ਰਹੇ ਸੀ। ਹੁਣ ਗੱਲ ਕਰਦੇ ਆ ਕਿ ਮੈਂ ਤਾਂ ਚਿੱਠੀ ਲਿਖੀ ਸੀ ਜੀ ਪਹਿਲਾਂ। ਜਦੋਂ ਚਿੱਠੀ ਲਿਖੀ ਸੀ ਨਾ, ਉਦੋਂ ਸੁਖਦੇਵ ਸਿੰਘ ਚੱਕ ਵਰਗੇ ਜਿਹੜੇ ਕਿਸਾਨ ਵਿੰਗ ਦੇ ਜਿਹੜੇ ਇਹਨਾਂ ਨੇ ਪ੍ਰਧਾਨ ਬਣਾਏ ਹੋਏ ਆ, ਜਿਹੜੇ ਦਾਖੇ ਹਲਕੇ ਤੋਂ ਇਲੈਕਸ਼ਨ ਲੜੇ ਇਹਨਾਂ ਵੱਲੋਂ, ਲਿਪ ਪਾਰਟੀ ਵੱਲੋਂ, ਲੋਕ ਹਿਸਾਬ ਪਾਰਟੀ ਵੱਲੋਂ, ਜਦੋਂ ਉਹਨੇ ਦੱਸਿਆ ਵੀ ਬਾਈ ਜੀ ਆਪਾਂ ਤਾਂ ਬੜੇ ਪੈਸੇ, ਮੋਟੇ ਪੈਸੇ ਆਉਂਦੇ ਆ ਇੱਥੇ ਆਪਾਂ ਨੂੰ, ਤੇ ਆਪਾਂ ਇਹਨਾਂ ਦੇ ਖਿਲਾਫ ਕਿੱਦਾਂ ਚੱਲ ਸਕਦੇ ਆ, ਤੇ ਫਿਰ ਉਹਨੂੰ ਆਈ ਹੈ ਵੀ ਆਪਾਂ ਚਿੱਠੀ ਤਾਂ ਭੇਜਤੀ, ਪਰ ਚਲੋ ਆਪਾਂ ਇੱਥੇ ਕੋਈ ਕਾਰਵਾਈ ਨਹੀਂ ਕਰਾਣੀ, ਆਪਣੇ ਕੋਲ ਪੈਸੇ ਤਾਂ ਪਹਿਲੇ, ਕਿਉਂਕਿ ਇਹਦਾ ਕੰਮ ਹੁੰਦਾ ਲਾਈਵ ਹੋ ਕੇ, ਗੱਲ ਤੇ ਲਾਈਵ ਹੋ ਕੇ ਲੋਕਾਂ ਦੇ ਸਟਿੰਗ ਕਰਨ ਦਾ ਕਾਰਨ ਇਹੀ ਹੁੰਦਾ ਵੀ ਇਹਨੂੰ ਪੈਸੇ ਚਾਹੀਦੇ ਹੁੰਦੇ ਆ, ਕਿਉਂਕਿ ਇਹਦਾ ਢਿੱਡ ਭਰਦਾ ਨਹੀਂਗਾ, ਇਹ ਖੂਹ ਆ ਜਿਹੜਾ ਕਦੀ ਭਰਦਾ ਨਹੀਂਗਾ। ਤੇ ਉਸ ਕਰਕੇ ਸੁਖਦੇਵ ਸਿੰਘ ਚੱਕ ਨੇ ਇਹਨੂੰ ਕਹਿਤਾ, ਤੇ ਸੁਖਦੇਵ ਸਿੰਘ ਚੱਕ ਮੈਂ ਕਿੱਦਾਂ ਲੈ ਕੇ ਆਂਦਾ? ਹੁਣ ਲੋਕਾਂ ਦੇ ਗੱਲ ਦੇ ਮਨ ਦੇ ਵਿੱਚ ਸਵਾਲ ਬੜਾ ਹੋਊਗਾ, ਖਾਸ ਕਰਕੇ ਮੇਰੇ ਪ੍ਰੈਸ ਵਾਲੇ ਵੀਰ ਵੀ ਜੇ ਸੁਣਦੇ ਹੋਣ, ਉਹਨਾਂ ਦੇ ਮਨ 'ਚ ਵੀ ਸਵਾਲ ਆਉਣਾ ਸੁਖਦੇਵ ਸਿੰਘ ਚੱਕ ਕਿੱਥੋਂ ਆ ਗਏ? ਸੁਖਦੇਵ ਸਿੰਘ ਚੱਕ ਜਦੋਂ 31 ਮਈ ਨੂੰ ਹੁਣ 31 ਮਈ ਨੂੰ ਜਦੋਂ ਗ੍ਰਿਫਤਾਰੀ ਬਰਾੜ ਸੀਟ ਵਾਲੇ ਦੀ ਹੋਈ, ਤੇ 5 ਨੰਬਰ ਥਾਣੇ ਦੇ ਵਿੱਚ ਸੁਖਦੇਵ ਸਿੰਘ ਚੱਕ ਜਿਹੜਾ ਪ੍ਰਧਾਨ ਕਿਸਾਨ ਵਿੰਗ ਲੋਕ ਇਨਸਾਫ ਪਾਰਟੀ, ਇਹ ਉੱਤੇ ਖੁਦ ਨੂੰ ਬਚਾਉਣ ਵਾਸਤੇ ਗਿਆ, ਮੂੰਹ ਹਨੇਰੇ ਦੇ ਵਿੱਚ, ਰਾਤ ਦੇ ਹਨੇਰੇ ਦੇ ਵਿੱਚ ਗਿਆ, ਮੂੰਹ ਤੇ ਲਪੇਟ ਕੇ ਆਪਣੇ ਆਪ ਨੂੰ, ਤਾਂ ਕਰਕੇ ਗਿਆ ਵੀ ਕਿਸੇ ਨੂੰ ਪਤਾ ਨਾ ਲੱਗੇ। ਪਰ ਕਹਿੰਦੇ ਆ ਵੀ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ, ਪ੍ਰਮਾਤਮਾ ਦੀ ਨਜ਼ਰ 'ਚ ਕੋਈ ਬਚ ਨਹੀਂ ਸਕਦਾ, ਕਿਉਂਕਿ ਇਹ ਉਹਨਾਂ ਕਿਸਾਨਾਂ ਦੀ ਗੱਲ ਸੀਗੀ ਜਿਹੜੇ ਮਿਹਨਤਕਸ਼ ਲੋਕ ਪੰਜਾਬ ਦਾ ਢਿੱਡ ਭਰਦੇ ਆ, ਜਿਹੜੇ ਉਹ ਪੰਜਾਬੀ ਜਿਹੜੇ ਪ੍ਰਮਾਤਮਾ ਦੀ ਕਿਰਪਾ ਨਾਲ ਕਿਰਤ ਕਮਾਈ ਕਰਦੇ ਆ, ਉਹਨਾਂ ਦੀ ਹਾਏ ਇਹਨੂੰ ਲੱਗੀ। ਉਹਦੀ ਵੀਡੀਓ ਵੀ ਬਣ ਗਈ। ਜੇ ਸਿਮਰਜੀਤ ਸਿੰਘ ਬੈਂਸ ਜੀ ਨੂੰ ਜੇ ਵੀਡੀਓ ਚਾਹੀਦੀ ਹੋਊਗੀ ਨਾ, ਜੇ ਕਹਿਣਗੇ ਵੀ ਨਹੀਂ ਸੁਖਦੇਵ ਸਿੰਘ ਚੱਕ ਨੇ ਗਏ ਸੀ, ਮੈਂ ਵੀਡੀਓ ਦੇਖ ਸਕਦਾ, ਪੇਸ਼ ਕਰ ਸਕਦਾ, ਝੂਠੀ ਗੱਲ ਕਦੀ ਮੈਂ ਤੱਥਾਂ ਤੋਂ ਬਗੈਰ ਹੈ ਤੇ ਕਦੀ ਗੱਲ ਨਹੀਂ ਕੀਤੀ। ਤੇ ਇਹ ਉਸ ਕਰਕੇ ਚੁੱਪ ਕਰ ਗਏ। ਤੇ ਦੇਖੋ ਕਿੱਡਾ ਧੱਕਾ
ਸ਼ਰੇਆਮ ਜਿੱਦਾਂ ਅਸੀਂ ਬਾਰ-ਬਾਰ ਕਹਿੰਦੇ ਸੀ ਵੀ ਇਹ ਕਾਂਗਰਸ ਦੇ ਪਿੱਠੂ ਬਣ ਕੇ ਕੰਮ ਕਰਦੇ ਆ, ਕਿਉਂਕਿ ਇਹਨਾਂ ਦਾ ਇੱਕੋ ਇੱਕ ਮਹੱਤਵ ਹੈ। ਖਾਸ ਕਰਕੇ ਮੈਂ NRI ਭਰਾ ਵੀਰਾਂ ਨੂੰ ਕਹਾਂਗਾ ਜਿਹੜੀ ਇਹਦੀ ਸਪੋਰਟ ਕਈ ਬੰਦੇ ਕਰਦੇ ਆ, ਇਹਦਾ ਇੱਕੋ ਕੰਮ ਹੈ ਪੈਸੇ ਕਮਾਉਣਾ। ਇਹਦਾ ਕੋਈ ਧਰਮ ਨਹੀਂ, ਇਹ ਕਿਸੇ ਧਰਮ ਨਾਲ ਬਿਲੋਂਗ ਨਹੀਂ ਕਰਦਾ। ਇਹਦਾ ਇੱਕੋ ਇੱਕ ਕੰਮ ਹੈ ਪੈਸੇ ਕਮਾਉਣਾ, ਕਿਸੇ ਤਰੀਕੇ ਸਟਿੰਗ ਕਰਕੇ ਲੋਕਾਂ ਨੂੰ ਠੱਗਣਾ। ਲੋਕਾਂ ਦੇ ਅੱਜ ਤੱਕ ਇਹਨੇ ਕਾਰਵਾਈ ਨਹੀਂ ਕੀਤੀ, ਤੁਸੀਂ ਚੈੱਕ ਕਰ ਲੈਣਾ। NRI ਵੀਰੋ, ਮੈਂ ਤੁਹਾਨੂੰ ਸਪੈਸ਼ਲ ਪੰਜਾਬੀ ਭਰਾ ਹੋ, ਤੁਸੀਂ ਬਾਹਰ ਬੈਠੇ ਚੈੱਕ ਕਰ ਲੈਣਾ। ਅੱਜ ਤੱਕ ਇਹਨੇ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਜਿੰਨੇ ਵੀ ਸਟਿੰਗ ਕੀਤੇ, ਚਾਹੇ 40 ਕੀਤੇ, ਚਾਹੇ 50 ਸਟਿੰਗ ਕੀਤੇ, ਚੈੱਕ ਕਰ ਲੈਣਾ। ਇਹਨੇ ਪੈਸੇ ਲਾ ਕੇ ਸਾਰੀ ਚੀਜ਼ਾਂ ਮੈਨੇਜ ਕੀਤੀਆਂ। ਇਹਨੇ ਇੱਥੇ ਵੀ ਬੀਜ ਘੁਟਾਲੇ ਦੇ ਵਿੱਚ ਪੈਸੇ ਇਹਨੂੰ ਮੋਟੇ ਚੜ੍ਹਦੇ ਪਏ ਸੀਗੇ ਤੇ ਤਾਂ ਕਰਕੇ ਚੁੱਪ ਕਰ ਗਿਆ। ਤੇ ਗੱਲ ਰਹਿ ਗਈ, ਉਸ ਤੋਂ ਅਗਲੀ ਗੱਲ ਕਰ ਦਿੰਦਾ। ਇਹਨੇ ਮੇਰੇ ਤੇ ਬੜੇ ਇਲਜ਼ਾਮ ਲਗਾਏ ਆ ਵੀ ਇਹ ਮੇਰਾ ਭਰਾ ਆ, ਮੇਰਾ ਫਲਾਣਾ ਆ। ਮੈਂ ਅਕਾਲੀ ਦਲ ਦਾ, ਸ਼੍ਰੋਮਣੀ ਅਕਾਲੀ ਦਲ ਨਾਲ ਕਮਿਟਡ ਆ। ਉਹਨਾਂ ਦਾ ਇੱਕ ਛੋਟਾ ਜਿਹਾ ਸਿਪਾਹੀ ਆ। ਅਕਾਲੀ ਦਲ 'ਚ ਮੇਰੀ ਜਾਨ ਵਸਦੀ ਹੈ ਇਸ ਟਾਈਮ। 2017 'ਚ ਮੈਂ ਤੁਹਾਨੂੰ ਯਾਦ ਕਰਾ ਲਵਾਂਗਾ, 2017 'ਚ ਰਿਪੀਟ, ਕਿਉਂਕਿ ਇਹਨੇ 2017 ਦੀ ਗੱਲ ਕੀਤੀ। 2017 'ਚ ਆਤਮ ਨਗਰ ਦੇ ਵਿੱਚ ਜਦੋਂ ਲੜ ਰਿਹਾ ਸੀ ਨਾ, ਇਹ ਕਹਿੰਦਾ ਅਕਾਲੀ ਦਲ ਨੇ ਕਾਂਗਰਸ ਨਾਲ ਸਾਠਗਾਂਠ ਕਰ ਲਈ ਹੈ। ਇਹ ਸਾਠਗਾਂਠ ਦੇ ਵਿੱਚ ਮੈਨੂੰ ਹਰਾਉਣ ਵਾਸਤੇ ਸਾਰੀ ਪਲੈਨਿੰਗ ਚੱਲ ਰਹੀ ਹੈ। ਐਡਾ ਪਲੈਨਰ ਹੈ ਵੀ ਲੋਕਾਂ ਦੇ ਮਾਈਂਡ ਵਾਸ਼ ਕਰਨ। ਕਿ ਸੱਜਣ ਠੱਗ ਮੈਂ ਤਾਂ ਬਾਰ-ਬਾਰ ਕਹਿੰਦਾ, ਕਿਉਂਕਿ ਜਦੋਂ ਸੱਜਣ ਠੱਗ ਦਾ ਨਾਮ ਆਉਂਦਾ ਨਾ, ਚੱਕਣੀ ਮਾਮੇ ਦਾ ਨਾਮ ਯਾਦ ਕਰ ਲਓ। ਇਹ ਲੋਕ ਉਹ ਸੀ ਜਿਹੜੇ ਚਾਲਾਂ ਚੱਲ ਕੇ ਆਪਣੀਆਂ ਉੱਲੂ ਸਿੱਧਾ ਕਰਨ ਵਾਸਤੇ ਕਿਸੇ ਵਾਸਤੇ ਵੀ ਕੁਝ ਕਹਿ ਸਕਦੇ ਆ। ਇਹਨਾਂ ਤੇ ਭਰੋਸਾ ਕਰਨਾ, ਤਾਂ ਕਰਕੇ ਇਹਨੂੰ ਮੈਂ ਸੱਜਣ ਠੱਗ ਕਿਹਾ। ਕੱਲ ਜਦੋਂ ਸੱਜਣ ਠੱਗ ਕਿਹਾ ਨਾ, ਤੇ ਇਹ ਮਿਰਚ, ਅਸਲੀ ਮਿਰਚ ਕੱਲ ਤਾਂ ਲੱਗੀ ਆ। 3 ਵਾਰੀ ਨਾਮ ਇਹਨਾਂ ਦਾ ਲਿਖਣਾ ਪੈ ਗਿਆ ਮੈਨੂੰ ਪ੍ਰੈਸ ਨੋਟ 'ਚ, ਤੇ 3 ਵਾਰੀ ਮੇਰਾ ਨਾਮ ਬੋਲਿਆ। ਉਹ ਕਿਉਂ ਬੋਲਿਆ? ਕਿਉਂਕਿ ਇਹਨੂੰ ਡਰ ਲੱਗ ਰਿਹਾ, ਕਿਉਂਕਿ ਇਹਦੇ ਪਾਪ ਬੋਲਦੇ ਪਏ ਆ। ਇਹ ਮੈਂ 2017 'ਚ ਬਾਕੀ ਗੱਲਾਂ ਵੀ ਸਾਂਝੀਆਂ ਕਰਾਂਗਾ। 2017 'ਚ ਮੈਂ ਹੁਣ 2019 ਤੇ ਆ ਜਾਣਾ। ਇਹਨੇ ਗੱਲ ਕਰ ਲਈ ਜੀ, ਹੁਣ ਅਕਾਲੀ ਦਲ ਨੇ ਸਾਂਠ-ਗਾਂਠ ਕਰ ਲਈ ਕਾਂਗਰਸ ਨਾਲ, ਮੈਨੂੰ ਹਰਾਉਣ ਵਾਸਤੇ ਕਾਂਗਰਸ ਨੂੰ ਜਿਤਾਣਗੇ। ਉਹ ਯਾਰ, ਤੇਰਾ ਕੋਈ ਧਰਮ ਹੈ? ਕਾਂਗਰਸੀ ਪਿੱਠੂ ਤੂੰ, ਤੈਨੂੰ ਪਿੱਛੋਂ ਸਕ੍ਰਿਪਟ ਬਣੀ ਬਣਾਈ ਆਂਦੀ ਹੈ। ਉਹੀ ਗੱਲ ਉਹ ਬੋਲਦੇ, ਉਹੀ ਗੱਲ ਤੂੰ ਬੋਲਦਾ। ਇਹ ਸਕ੍ਰਿਪਟਾਂ ਤੇ ਕੰਮ ਕਰਨਾ ਛੱਡ ਦੇ। ਇਹ ਗੱਲਾਂ ਬਹੁਤ ਮਾੜੀਆਂ, ਕਿਉਂਕਿ ਆਪਾਂ ਪੰਜਾਬ ਦੇ ਆਪਣੇ ਨੂੰ ਮਸੀਹੇ ਕਹਿੰਦੇ ਸੀ, ਪਰ ਤੁਸੀਂ ਨਿਕਲੇ ਸੱਜਣ ਠੱਗ। ਮੈਂ ਇਹ ਬੰਦੇ ਦਾ ਕਿਰਦਾਰ ਦੱਸਣਾ ਚਾਹਨਾ ਸਾਰੀ ਅੱਜ ਸੰਗਤ ਨੂੰ, ਜਿਹੜੇ ਲੋਕ ਅੱਜ ਸੁਣ ਰਹੇ ਆ ਨਾ, ਇਹਦਾ ਕਿਰਦਾਰ ਦੱਸਦਾ ਮੈਂ ਤੁਹਾਨੂੰ। ਭਲੀ ਭਾਤੀ ਜਾਣਦਾ ਹੈ ਤੁਸੀਂ ਕਿ ਇਹ ਸਿਮਰਜੀਤ ਸਿੰਘ ਬੈਂਸ ਦੀ ਸੱਜੀ ਬਾਹ ਕਹਿੰਦੇ ਸੀਗੇ। ਸਿਮਰਜੀਤ ਸਿੰਘ ਮਾਨ ਸਾਹਿਬ ਦੀ ਸੱਜੀ ਬਾਹ ਕਹਿੰਦੇ ਸੀਗੇ ਅਕਾਲੀ ਦਲ ਅੰਮ੍ਰਿਤਸਰ। ਤੇ ਜਦੋਂ ਆਪਣੇ ਮਨਸੂਬੇ ਸ਼੍ਰੋਮਣੀ ਕਮੇਟੀ ਦੇ ਪੂਰੇ ਹੋ ਗਏ ਤੇ ਉਹਦੀ ਪਿੱਠ 'ਚ ਛੁਰਾ ਕਿੰਨੇ ਮਾਰਿਆ? ਇਹਨੇ ਛੁਰਾ ਮਾਰਿਆ ਤੇ ਅਕਾਲੀ ਦਲ ਨੂੰ ਆਪਣੀਆਂ ਗੱਲਾਂ 'ਚ ਲੈ ਲਿਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ, ਜਿਹੜੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੇ ਆ, ਉਹਨਾਂ ਦੇ ਨਾਲ ਬਣ ਗਿਆ। ਕਹਿੰਦਾ ਮੈਂ ਤਾਂ ਸੱਜੀ ਬਾਹ ਮੈਂ ਆ। ਤੇ ਜਦੋਂ ਸਾਰੇ ਮਨਸੂਬੇ ਉੱਥੋਂ ਪੂਰੇ ਹੋ ਗਏ, ਪੂਰੀਆਂ ਉਹਨਾਂ ਨੂੰ ਆਪਣੇ ਗੱਲਾਂ 'ਚ ਲੈ ਲਿਆ, ਤਾਕਤ ਲੈ ਲਈ, ਤੇ ਤਾਕਤ ਲੈ ਕੇ ਛੁਰਾ ਕਿਤੇ ਪਿੱਠ ਦੇ ਪਿੱਛੇ ਮਾਰਿਆ। ਅਕਾਲੀ ਦਲ ਦੇ ਪਿੱਠ 'ਚ ਛੁਰਾ ਮਾਰਿਆ। ਜਿਸ ਅਕਾਲੀ ਦਲ ਦੇ ਵਿੱਚੋਂ ਇਹ ਬਣਿਆ, ਜਿਹੜੀ ਕੌਂਸਲਰ ਦੀ ਸੀਟ ਤੇ ਬੈਠਾ ਸੀ ਨਾ, ਉਦੋਂ MLA ਤੋਂ ਵੱਧ ਤਾਕਤ ਸੀ। ਉਹਦਾ ਕਾਰਨ ਕੀ ਸੀ? ਪਿੱਛੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬਿਕਰਮ ਸਿੰਘ ਮਜੀਠੀਆ ਸਾਹਿਬ ਵੱਲੋਂ ਪਾਵਰ ਸੀ ਵੀ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਬੰਦਾ ਚੰਗਾ। ਤੇ ਫਿਰ ਹੋਇਆ ਕੀ? ਤੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਿਆ। ਮੈਂ ਸਟੈਂਡ ਦੀ ਗੱਲ ਦੱਸ ਰਿਹਾ ਦੋਸਤੋ। ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ, ਸਾਈਕਲ ਵੀ ਆਪਾਂ ਖੜੀ ਕਰਨੀ ਹੋਵੇ ਨਾ, ਉਹਦਾ ਵੀ ਸਟੈਂਡ ਚਾਹੀਦਾ। ਪਰ ਇਸ ਬੰਦੇ ਦਾ ਕੋਈ ਸਟੈਂਡ ਨਹੀਂ, ਕੋਈ ਕਿਰਦਾਰ ਨਹੀਂ, ਸਿਰਫ ਲੋਕਾਂ ਨੂੰ ਵਰਗਲਾਉਂਦਾ। ਫਿਰ ਇਹਨੇ ਆਜ਼ਾਦੀ ਦਾ ਝੰਡਾ ਚੱਕ ਲਿਆ, ਮੈਂ ਆਜ਼ਾਦ ਆ, ਮੈਂ ਕ੍ਰਾਂਤੀਕਾਰੀ ਆ। ਲੋਕਾਂ ਨੂੰ ਆਪਣੇ ਘਰ ਇਕੱਠਾ ਕਰ ਰਿਹਾ। ਲੋਕਾਂ ਨੂੰ ਲੱਗਿਆ ਵਾਕਈ ਯਾਰ ਬੜਾ ਵੱਡਾ ਕ੍ਰਾਂਤੀਕਾਰੀ ਹੈ। ਕਾਂਗਰਸੀਆਂ ਨੂੰ ਕਹਿਣ ਲੱਗ ਪਿਆ ਵੀ ਮੇਰੀ ਗੱਲਬਾਤ ਹੋ ਗਈ, ਸਾਰੀ ਕਾਂਗਰਸ ਦੀ ਵੋਟ ਮੈਨੂੰ ਪਊਗੀ। ਤੇ ਅਕਾਲੀ ਦਲ ਨੂੰ ਕਿਹਾ ਗਿਆ ਕਿ ਮੇਰੀ ਅਕਾਲੀ ਦਲ ਨਾਲ ਸੈਟਿੰਗ ਹੋ ਗਈ, ਸਾਰੀ ਅਕਾਲੀ ਦਲ ਦੀ ਵੋਟ ਮੈਨੂੰ ਪਊਗੀ। ਲੋਕਾਂ ਨੂੰ ਵਰਗਲਾ ਰਿਹਾ ਤੇ ਆਜ਼ਾਦ ਝੰਡਾ ਚੱਕ ਲਿਆ। ਫਿਰ ਆਜ਼ਾਦੀ ਤੋਂ ਬਾਅਦ ਜਦੋਂ ਝੰਡਾ ਚੱਕ ਲਿਆ ਤੇ ਫਿਰ ਜਦੋਂ ਲੱਗਿਆ ਵੀ ਮੇਰੀ ਹੁਣ ਨਈਆ ਪਾਰ ਨਹੀਂ ਲੱਗਣੀ, ਵੀ ਮੇਰੀ ਨਈਆ ਹੁਣ ਭਵਰ 'ਚ ਫਸ ਗਈ ਹੈ, ਤੇ ਫਿਰ ਆਮ ਆਦਮੀ ਪਾਰਟੀ ਦੇ ਚਰਨਾਂ 'ਚ ਬਹਿ ਗਿਆ। ਕੇਜਰੀਵਾਲ ਦੇ ਚਰਨਾਂ 'ਚ ਜਾ ਕੇ ਬਹਿ ਗਿਆ। ਤੇ ਚਰਨਾਂ 'ਚ ਕੀ ਸੁਪਨਾ ਲੈ ਕੇ ਬੈਠਾ ਕਿ ਮੈਂ ਪੰਜਾਬ ਦਾ CM ਬਣੂੰਗਾ। ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲੀਆਂ ਕਿ ਮੈਂ ਤੁਹਾਡੇ ਨਾਲ ਆ ਜੀ, ਤੁਸੀਂ ਮੈਨੂੰ ਸਪੋਰਟ ਕਰੋ ਜੀ, ਮੈਂ ਤੈਅ ਕਰ ਦਾਂਗਾ, ਮੈਂ ਉਹ ਕਰ ਦਾਂਗਾ। ਫਿਰ ਹੋਇਆ ਕੀ? ਸਾਰੀ ਪਾਰਟੀ ਦੇ ਪਿੱਠ 'ਚ ਛੁਰਾ ਫਿਰ ਵੱਜਿਆ ਨਾ। ਕੇਜਰੀਵਾਲ ਦੀ ਪਾਰਟੀ ਦੇ ਵਿੱਚ ਛੁਰਾ ਮਾਰ ਕੇ ਗਿਆ। ਇਹ ਲੋਕ ਕਹਿੰਦੇ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਵੀ ਛੁਰਾ ਮਾਰੂਗਾ, ਕਿਉਂਕਿ ਕਿਸੇ ਦਾ ਸਕਾ ਨਹੀਂ ਹੈ। ਫਿਰ ਆਜ਼ਾਦ ਝੰਡਾ ਚੱਕ ਲਿਆ, ਮੈਂ ਆਜ਼ਾਦ ਆ ਜੀ। ਫਿਰ ਨਵਜੋਤ ਸਿੰਘ ਸਿੱਧੂ ਦੇ ਪਿੱਛੇ ਲੱਗ ਗਿਆ। ਮਤਲਬ ਆਪਣੀ ਨਈਆ ਪਾਰ ਕਰਨ ਵਾਸਤੇ ਇਹ ਕਿਸੇ ਪਾਸੇ ਵੀ ਜਾ ਸਕਦਾ। ਕਦੀ ਗਾਂਧੀ ਸਾਹਿਬ ਕੋਲ ਜਾਂਦਾ, ਕਦੀ ਕਿਸੇ ਕੋਲ ਜਾਂਦਾ। ਇਹ ਹਰ ਬੰਦੇ ਨੂੰ ਵਿਗੜਾਉਣਾ ਚਾਹੁੰਦਾ। ਕਦੀ ਜਾ ਕੇ ਅੰਮ੍ਰਿਤਸਰ ਬਿਆਨ ਕੁਝ ਹੋਰ ਦਊਗਾ, ਜਲੰਧਰ ਬਿਆਨ ਕੁਝ ਹੋਰ ਦਊਗਾ, ਲੁਧਿਆਣੇ ਕੁਝ ਬਿਆਨ ਦਊਗਾ। ਪਹਿਲੇ ਟਾਈਮ ਲੰਘੇ
ਪਹਿਲੇ ਟਾਈਮ ਦੇ ਵਿੱਚ ਨਹੀਂ ਪਤਾ ਲੱਗਦਾ ਸੀ ਕੌਣ ਕਿੱਥੇ ਬੋਲ ਰਿਹਾ। ਹੁਣ ਸੋਸ਼ਲ ਮੀਡੀਆ ਦਾ ਯੁੱਗ ਆ, ਹੁਣ ਤੁਹਾਡੀਆਂ ਗੱਲਾਂ ਫੜਦੇ ਆ ਮੈਂ ਇਹ ਚੀਜ਼ਾਂ ਬਾਹਰ ਕਿੱਦਾਂ ਨਿਕਲੇ ਮੈਂ ਉਹ ਵੀ ਦੱਸਾਂਗਾ। ਚੀਜ਼ਾਂ ਬਾਹਰ ਕਿਤੇ ਇਹਦੇ ਕਿਰਦਾਰ ਦੀ ਮੈਂ ਪਹਿਲਾਂ ਗੱਲ ਕਰ ਲਵਾਂ। ਇਹਦੇ ਫੈਕਟਰੀ ਦੇ ਨਾਲ ਤੁਹਾਨੂੰ ਯਾਦ ਹੋਣਾ ਅਸੀਂ ਉੱਥੇ ਅਕਾਲੀ ਦਲ ਦੀ ਪੂਰੀ ਟੀਮ ਗਈ ਸੀ। ਇਹ ਜ਼ਮੀਨ ਤੇ ਕਬਜ਼ਾ ਕਰ ਰਿਹਾ ਸੀ, ਆਪਣੀ ਸਾਰੀ ਰਾਖ ਉੱਤੇ ਪਾ ਰਿਹਾ ਸੀ, ਕਾਲਕ। ਜਿਹੜੀ ਜ਼ਮੀਨ ਦੇ ਵਿੱਚ ਹਰਿਆਲੀ ਉਗਣੀ ਚਾਹੀਦੀ ਹੈ, ਉਸ ਜ਼ਮੀਨ ਦੇ ਵਿੱਚ ਕਾਲਕ ਪਾ ਕੇ ਉਹਨਾਂ ਤੋਂ ਹਥਿਆਣਾ ਚਾਹੁੰਦਾ ਸੀ। ਤੇ ਫਿਰ ਅਕਾਲੀ ਦਲ ਨੇ ਸਟੈਂਡ ਲਿਆ ਨਾ, ਜਿਹੜਾ ਕਹਿੰਦਾ ਵੀ ਇਹ ਗੁਰਦੀਪ ਸਿੰਘ ਮੇਰੇ ਨਾਲ ਰਲਿਆ ਹੋਇਆ, ਤੇ ਫਿਰ ਅਸੀਂ ਇਹਨੂੰ ਭਜਾਇਆ ਨਾ ਉੱਥੋਂ। ਇਹ ਭੱਜਿਆ ਨਾ, ਫਿਰ ਜਗ੍ਹਾ ਛੱਡ ਕੇ ਕਿਉਂ ਭੱਜਿਆ ਸੀਗਾ? ਇਹ 2019 ਦੀ ਗੱਲ ਹੈ, ਇਲੈਕਸ਼ਨਾਂ ਦੇ ਵਿੱਚ ਤੇ ਉਦੋਂ ਭਜਾਇਆ ਸੀ ਜਿਹੜਾ ਕਹਿੰਦਾ ਮੇਰੇ ਨਾਲ ਰਲਿਆ ਹੋਇਆ। ਇਹ ਭੱਜਿਆ 2014 ਚ ਵੀ ਇਹਨੂੰ ਭਜਾਇਆ ਸੀ ਇਹਦੇ ਘਰ ਦੇ ਬਾਹਰ। ਇਹ ਰਿਅਲਾਈਜ਼ ਕਰਕੇ ਗਿਆ ਸੀ ਉਦੋਂ ਵੀ। ਇਹ ਵੀ ਵੀਡੀਓ ਚਾਹੀਦੀ ਵੀ ਮੈਂ ਸਾਹਿਬ ਮੇਰੇ ਕੋਲ ਤੁਸੀਂ ਲੈ ਸਕਦੇ ਵੀਡੀਓ, ਮੇਰੇ ਕੋਲ ਅੱਜ ਵੀ ਪਈ ਹੋਈ ਆ, ਜਿੱਥੇ ਤੁਸੀਂ ਰਿਅਲਾਈਜ਼ ਕਰਦੇ ਪਿਓ ਖੁਦ ਆਪ। ਕਿਉਂਕਿ ਜਦੋਂ ਗਲਤ ਕੰਮ ਕਰਾਂਗੇ ਨਾ ਤਾਂ ਤੁਹਾਨੂੰ ਮਾਫੀਆਂ ਮੰਗਣੀਆਂ ਪੈਣਗੀਆਂ। ਇਹਦੀ ਮਾਫੀ ਨਹੀਂ ਮਿਲਣੀ ਜਿਹੜਾ ਤੁਹਾਨੂੰ ਬੀਜ ਘੁਟਾਲਾ ਕੀਤਾ, ਇਹਦੀਆਂ ਮਾਫੀਆਂ ਕਿਉਂ ਨਹੀਂ ਮਿਲਣੀਆਂ? ਕਿਉਂਕਿ ਤੁਸੀਂ ਗਰੀਬ ਕਿਸਾਨਾਂ ਦਾ ਖੂਨ ਚੂਸਿਆ। ਤੇ ਮੈਂ ਤੁਹਾਡੇ ਕਿਰਦਾਰ ਦੱਸ ਰਿਹਾ, ਜਦੋਂ ਕਿਸਾਨਾਂ ਦੀ ਜ਼ਮੀਨ ਤੇ ਅਸੀਂ ਕਬਜ਼ਾ ਛੁਡਾਇਆ, ਭੱਜੇ ਤੁਸੀਂ ਉੱਥੋਂ ਡਰ ਕੇ। ਅੱਜ ਸੋਨੂੰ ਜੱਟ ਤੁਹਾਡਾ ਹੀ ਸੀ ਨਾ, ਕੌਂਸਲਰ ਲੜਿਆ, ਤੁਸੀਂ ਕਹਿੰਦੇ ਸੀ ਇਹ ਮੇਰੀ ਗਰੰਟੀ, ਦੋਨੋਂ ਭਰਾ ਤੁਸੀਂ ਮੋਢੇ ਤੇ ਹੱਥ ਕਹਿੰਦੇ ਸੀ ਸਾਡੀ ਗਰੰਟੀ ਹੈ, ਇਹ ਸਾਡਾ ਬੰਦਾ ਵਾ। ਤੇ ਸਾਡਾ ਬੰਦਾ ਜਦੋਂ ਨਸ਼ੇ 'ਚ ਗਿਆ, ਤੁਸੀਂ ਫਿਰ ਉਹ ਬਾਂਦਰੀਆਂ ਨੂੰ ਭੱਜ ਗਏ, ਜਿੱਦਾਂ ਬਾਂਦਰੀ ਬੱਚਿਆਂ ਨੂੰ ਛੱਡ ਜਾਂਦੀ ਗਰ ਧੁੱਪ ਦੇ ਵਿੱਚ। ਤੁਸੀਂ ਨਿਕਲੇ ਨਾ, ਫਿਰ ਆਪਣੀ ਚੰਮ ਬਚਾ ਲਈ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਸਾਰੇ ਕ੍ਰਿਮੀਨਲ, ਜਿੰਨੇ ਕ੍ਰਿਮੀਨਲ ਸਾਊਥ ਹਲਕੇ 'ਚ ਜਾਂ ਆਤਮਨਗਰ ਦੇ ਅੱਧੇ ਹਲਕੇ ਦੇ ਵਿੱਚ ਜਿੰਨੇ ਕ੍ਰਿਮੀਨਲ ਹੈ ਨਾ, ਤੁਹਾਡੀ ਪਨਾਹਗਰ ਤੁਹਾਡੀ ਹੈ। ਨਸ਼ਾ ਤੁਹਾਡੇ ਘਰ ਦੇ ਬਾਹਰ ਵਿਕਦਾ, ਨਸ਼ਾ ਤੁਹਾਡੇ ਹਲਕਿਆਂ 'ਚ ਨਸ਼ਾ ਵਿਕਦਾ, ਤੁਹਾਡੇ ਕ੍ਰਿਮੀਨਲ ਲੋਕ ਨਸ਼ਾ ਵੇਚਦੇ ਆ। ਇਹ ਤੁਸੀਂ ਦੂਜਿਆਂ ਨੂੰ ਨਾਮ ਪਤਾ ਕਿਉਂ ਦਿੰਦੇ ਸੀ? ਕਿਉਂਕਿ ਆਪਣਾ ਡਰ ਹੁੰਦਾ ਤੇ ਦੂਜਿਆਂ ਤੇ ਬਲੇਮ ਲਾ ਦਿੰਦਾ ਕਿ ਮੈਂ ਦੂਜੇ ਨੂੰ, ਜਿਹੜਾ ਚੋਰ ਹੁੰਦਾ ਨਾ, ਦੂਜੇ ਨੂੰ ਚੋਰ 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 ਕਹਿਦਾ ਕਿ ਮੇਰੇ ਤੱਕ ਗੱਲ ਨਾ ਪਹੁੰਚੇ। ਪਰ ਕਦ ਤੱਕ ਬਚ ਲਓਗੇ? ਕਦੀ ਨਹੀਂ ਜ਼ਿਆਦਾ ਬਚਿਆ ਜਾ ਸਕਦਾ। ਇੱਕ ਦਿਨ ਤੁਹਾਨੂੰ ਇਸ ਕੀਰੇ ਦੇ ਵਿੱਚ ਆਣਾ ਸੀ ਤੇ ਪ੍ਰਮਾਤਮਾ ਨੇ ਅੱਜ ਤੁਹਾਨੂੰ ਕੀਰੇ 'ਚ ਲਿਆਂਦਾ। ਤੁਹਾਡੇ ਦੋ ਬੰਦੇ, ਸੁਖਦੇਵ ਸਿੰਘ ਚੱਕ ਤੇ ਬਲਜਿੰਦਰ ਸਿੰਘ ਭੁੰਦੜੀ ਪੱਠਲ, ਦੋਨੋਂ ਬੰਦੇ ਅੱਜ ਕਿਸਾਨ ਦੇ ਬੀਜ ਘੁਟਾਲੇ ਦੇ ਘੇਰੇ ਦੇ ਵਿੱਚ ਆ ਗਏ ਆ। ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਮੈਂ ਤੁਹਾਨੂੰ ਦੱਸ ਦਿੰਦਾ, ਇਹ ਪਾਪ ਬਾਹਰ ਕਿੱਦਾਂ ਨਿਕਲਿਆ। ਜਿਹੜਾ ਆਪਣੇ ਆਪ ਨੂੰ ਗਰੀਬਾਂ ਦਾ ਮਸੀਹਾ ਕਹਿੰਦਾ ਸੀ, ਜਿਹੜਾ ਕਹਿੰਦਾ ਮੈਂ ਲੋਕਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਜਾਨ ਵੀ ਦੇ ਦੂੰਗਾ। ਫਿਰ ਜਦੋਂ ਜਾਨ ਦੇਣ ਦੀ ਵਾਰੀ ਆਈ ਨਾ, ਜਦੋਂ ਬਿਮਾਰੀ ਕਰੋਨਾ ਵਾਇਰਸ ਦੀ ਬਿਮਾਰੀ ਆਈ, ਤੇ 75ਵਾਂ ਦਿਨ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਰੀ ਟੀਮ ਅੱਜ ਸੇਵਾ ਤੇ ਲੱਗੀ ਹੋਈ ਹੈ। ਅੱਜ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਮੌਤ ਦਾ ਡਰ ਨਹੀਂ ਲੱਗਿਆ। ਸਾਨੂੰ ਇੱਕੋ ਡਰ ਲੱਗਿਆ ਕਿ ਸਾਡੇ ਪੰਜਾਬ ਦੀ ਧਰਤੀ, ਸਾਡੇ ਲੁਧਿਆਣੇ ਦੀ ਧਰਤੀ 'ਚ ਕੋਈ ਭੁੱਖਾ ਨਾ ਸੋ ਜਾਵੇ। ਅਸੀਂ ਗਏ ਆ, ਸਾਨੂੰ ਵੀ, ਸਾਡੇ ਵੀ ਪਰਿਵਾਰ ਆ, ਸਾਡੇ ਵੀ ਬੱਚੇ। ਮੈਂ ਇਕੱਲਾ ਨਹੀਂ ਗਿਆ, ਮੇਰੀ ਪੂਰੀ ਟੀਮ ਗਈ। ਉਹ ਸਾਰੀ ਅਕਾਲੀ ਦਲ ਦੀ ਟੀਮ ਲੱਗੀ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਜਾਂਦੇ ਰਹੇ ਆ, ਜਿਹੜੇ ਪੰਜਾਬ ਦੇ ਸਭ ਨਾਲ ਇੱਕ ਨੰਬਰ ਤੇ ਲੀਡਰ ਹੈ। ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਜਾਂਦੇ ਰਹੇ ਆ, ਘਰ ਘਰ ਜਾਂਦੇ ਰਹੇ, ਰਾਸ਼ਨ ਵੰਡਦੇ ਰਹੇ। ਕੀ ਉਹਨਾਂ ਦਾ ਪਰਿਵਾਰ ਨਹੀਂ ਸੀ? ਸਾਡੇ ਸਾਰਿਆਂ ਦੇ ਪਰਿਵਾਰ ਹੈ। ਹੋਰ NGO ਵਾਲੇ ਲੱਗੇ ਰਹੇ, ਕੀ ਉਹਨਾਂ ਦਾ ਪਰਿਵਾਰ ਨਹੀਂ ਸੀਗਾ? ਬੜੀਆਂ NGO ਲੱਗੀਆਂ ਰਹੀਆਂ। ਮੈਂ ਲੁਧਿਆਣੇ 'ਚ ਖੁਦ ਦੇਖਦਾ ਰਿਹਾ, ਕਈ ਪੁਲਿਸ ਦੇ ਵਲੰਟੀਅਰ ਬਣ ਕੇ ਕੰਮ ਕਰਦੇ ਰਹੇ। ਪਰ ਤੁਸੀਂ ਗਵਾਰਾ ਨਾ ਸਮਝਿਆ। ਤੁਹਾਨੂੰ ਮੈਂ ਲਾਨਤ ਪਾਈ, ਮੈਨੂੰ ਯਾਦ ਹੈ, ਮੈਂ ਤੁਹਾਨੂੰ ਲਾਨਤ ਪਾਈ 54 ਦਿਨ ਸੀ ਉਦੋਂ। 54 ਦਿਨ ਮੈਂ ਕਿਹਾ ਤੁਸੀਂ 54 ਦਿਨ ਦੇ ਬਾਹਰ ਨਿਕਲੇ। ਫਿਰ ਤੁਸੀਂ ਜਦੋਂ ਲਾਨਤ ਪਈ ਨਾ, ਤੁਹਾਨੂੰ ਮੇਰਾ ਡਰ ਲੱਗਣ ਲੱਗ ਪਿਆ। ਉਹ ਡਰ ਦਾ ਕਾਰਨ ਕੀ ਆ? ਕੋਈ ਝੂਠ ਹਮੇਸ਼ਾ ਸੱਚ ਤੋਂ ਭੱਜਦਾ। ਫਿਰ ਜਦੋਂ ਮੈਂ ਲਾਨਤ ਪਾਈ ਫੇਸਬੁੱਕ ਤੇ ਵੀ, ਕਿੱਥੇ ਗਿਆ ਇਹ ਬੰਦਾ ਜਿਹੜਾ ਆਪਣੇ ਮਸੀਹ ਕਹਿੰਦੇ ਸੀ, ਅਗਲੇ ਦਿਨ ਤੁਸੀਂ ਹਜੂਰ ਸਾਹਿਬ ਦੀ ਸੰਗਤ ਵਾਸਤੇ ਨਿਕਲੇ। ਪਰ ਤੁਹਾਨੂੰ ਉਦੋਂ ਸ਼ਰਮ ਨਾ ਆਈ? ਮੈਨੂੰ, ਮੇਰੀ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਤੁਹਾਡਾ ਕਿਰਦਾਰ ਉੱਥੇ ਦੇਖ ਕੇ। ਸੰਗਤ ਕੁਝ ਹੋਰ ਕਹਿ ਰਹੀ ਹੈ, ਤੁਸੀਂ ਥੱਲੇ ਚਿੱਟਾ ਕੁੜਤਾ ਪਜਾਮਾ, ਤਿੱਲੇ ਵਾਲੀ ਜੁੱਤੀ ਪਾ ਕੇ ਕੁਝ ਹੋਰ ਬੋਲਦੇ ਪਏ ਹੋ। ਫਿਰ ਤੁਸੀਂ ਜਦੋਂ ਸੰਗਤ ਲੈਣ ਦੀ ਵਾਰੀ ਆਈ ਸਿਵਲ ਹਸਪਤਾਲ ਦੇ ਵਿੱਚ, ਸੰਗਤ ਬਾਹਰ ਆ ਰਹੀ ਸੀਗੀ, ਅਸੀਂ ਉਹਦਾ ਸਨਮਾਨ ਕੀਤਾ ਸੰਗਤ ਦਾ, ਉਹਦੇ ਚਰਨ ਛੂਹ ਪ੍ਰਾਪਤ ਕੀਤੀ, ਉਹਨਾਂ ਦੇ ਫੁੱਲਾਂ ਦੀ ਵਰਖਾ ਕੀਤੀ, ਸਰੋਪਤ ਦਾ ਸਾਡਾ ਫਰਜ਼ ਬਣਦਾ ਸੀ। ਉਹ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚੋਂ ਆਏ ਆ ਤੇ ਅਸੀਂ ਉਹਨਾਂ ਦੀ ਚਰਨ ਛੂਹ ਲੈ ਕੇ ਆਈਏ। ਤੇ ਤੁਸੀਂ ਤਿੱਲੇ ਵਾਲੀ ਜੁੱਤੀ ਪਾ ਕੇ ਦੂਰੋਂ ਖੜ ਕੇ ਕਾਕਾ ਕਾਕਾ ਕਰਦੇ ਪਏ ਹੋ ਸੰਗਤ ਨੂੰ। ਤੇ ਤੁਹਾਨੂੰ ਸਰੋਪਾ ਨਹੀਂ ਬੁੜਿਆ ਉਦੋਂ ਵੀ ਕਿਸੇ ਸੰਗਤ ਦੇ ਸਰੋਪਾ ਵਿੱਚ ਤੁਹਾਨੂੰ ਇਹ ਲੱਗਿਆ ਵੀ ਮੈਂ ਜੇ ਨੇੜੇ ਨਾ ਚੱਲ ਜਾ ਕਿਤੇ ਮਰ ਨਾ ਜਾਵਾਂ? ਤੁਹਾਨੂੰ ਛੂਆ ਛੂਤ ਲੱਗਣ ਲੱਗ ਪਈ ਵੀ ਮੈਂ ਸੰਗਤ ਤੋਂ ਮਰ ਜਾਊਗਾ। ਉਹ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜਿਹੜੀ ਸੰਗਤ ਆਸ਼ੀਰਵਾਦ ਲੈ ਕੇ ਵੇ, ਤੁਸੀਂ ਉਹਨਾਂ ਨਾਲ ਛੂਆ ਛੂਤ ਦੀ ਬਿਮਾਰੀ ਖੇਡੋ। ਤੇ ਅੱਜ ਤੁਹਾਨੂੰ ਉਹਦੀ ਉਹੀ ਲਾਨਤਾਂ ਪਈਆਂ। ਉਹੀ ਲਾਨਤਾਂ ਨੇ ਤੁਹਾਡੇ ਕਿਰਦਾਰ ਲੋਕਾਂ ਦੇ ਸਾਹਮਣੇ ਲਿਆਂਦਾ, ਸੱਜਣ ਠੱਗ ਲਿਆਂਦਾ। 75 ਦਿਨ ਹੋ ਗਏ ਅੱਜ ਤੁਸੀਂ ਬਾਹਰ ਨਹੀਂ ਨਿਕਲੇ। ਤੁਸੀਂ ਆਪਣੇ ਦਫ਼ਤਰ ਦੇ ਵਿੱਚ ਬਹਿ ਕੇ 2-3 ਬੰਦੇ ਬਹਿ ਕੇ ਫੇਸਬੁੱਕ ਤੇ ਲਾਈਵ ਹੋ ਜਾਂਦੇ ਆ, ਪ੍ਰੈਸ ਨੂੰ ਬੁਲਾ ਕੇ ਤੁਸੀਂ ਆਪਣੇ ਬਿਆਨ ਦੇ ਦਿੰਦੇ ਹੋ। ਪਰ ਤੁਹਾਨੂੰ ਇਹ ਨਹੀਂ ਸ਼ਰਮ ਆਈ ਵੀ ਤੁਹਾਡੇ ਹਲਕਾ ਕਦੀ ਦੇਖਿਆ? ਤੁਸੀਂ ਆਪਣਾ ਆਤਮਨਗਰ ਤੇ ਸਾਊਥ ਹਲਕਾ ਕਦੀ ਦੇਖਿਆ? ਸੜਕਾਂ ਦਾ ਹਾਲ ਦੇਖਿਆ? ਇਹ ਹੁਣ ਤੁਸੀਂ ਭੱਜੋਗੇ ਇਹ ਗੱਲ ਤੇ ਵੀ ਮੈਂ ਸੜਕ ਬਣਾ ਰਿਹਾ, ਮੈਨੂੰ ਪਤਾ, ਮੈਂ ਜਦੋਂ ਬੋਲੂਗਾ ਇਹ ਭੱਜੂਗਾ ਬੰਦਾ। ਮੈਂ ਭਜਾਣਾ ਇਹਨੂੰ,
ਭਜਾਣਾ ਕਿਉਂ ਆ? ਕਿਉਂਕਿ ਇਹ ਬੰਦੇ ਨੇ ਕੰਮ ਨਹੀਂ ਕੀਤਾ, ਪੈਸੇ ਕੱਟੇ ਕੱਤੇ। ਤੁਸੀਂ ਦੇਖੋ 75 ਦਿਨ 'ਚ ਇਹ ਬਾਹਰ ਨਹੀਂ ਨਿਕਲਿਆ, ਅੱਜ ਪਾਪ ਦੇ ਬਾਹਰ ਨਿਕਲਿਆ। ਇਹ ਦੂਜੀ ਗੱਲ, ਇੱਕ ਗੱਲ ਮੈਂ ਕਹਿ ਗਿਆ, ਲਾਸਟ ਗੱਲ ਆ ਮੇਰੀ, ਬੜੀ ਵੱਡੀ ਆ, ਯਾਦ ਰੱਖਣਾ। ਮੈਨੂੰ ਤੁਹਾਡੇ ਵਰਗੇ ਭਰਾ ਨਹੀਂ ਚਾਹੀਦੇ ਜਿਹੜੇ ਗਰੀਬਾਂ ਦਾ ਖੂਨ ਚੂਸਦੇ ਆ। ਮੈਨੂੰ ਭਰਾ ਉਹ ਚਾਹੀਦੇ ਜਿਹੜੇ ਜਾਨ ਦੇਣ ਵਾਸਤੇ, ਪਰ ਉਹ ਭਰਾ ਮੇਰੇ ਭਰਾ ਪੈਣਾ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ 75 ਦਿਨ। ਜਦੋਂ ਔਖੀ ਘੜੀ, ਕਦੀ ਜ਼ਿੰਦਗੀ 'ਚ ਟਾਈਮ ਆਇਆ ਨਹੀਂ ਸੀ, ਨਾ ਆਣਾ ਟਾਈਮ ਏਦਾਂ ਦਾ। ਔਖੀ ਘੜੀ 'ਚ ਸਾਰੇ ਮੇਰੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਲੱਗੇ ਰਹੇ ਆ। ਉਹ ਭਰਾ ਮੇਰੇ ਜਿਹੜੇ ਦੂਜੇ ਸ਼ਹਿਰਾਂ 'ਚ ਵੀ ਲੱਗੇ ਰਹੇ, ਉਹ ਮੇਰੇ ਭੈਣ ਭਰਾ ਆ। ਤੁਸੀਂ ਮੇਰੇ ਭਰਾ ਨਹੀਂ ਹੋ ਸਕਦੇ। ਹਾਂ ਚਲੋ ਜਾਓ, ਤੁਸੀਂ ਮੈਨੂੰ ਭਰਾ ਕਹਿ ਤਾਂ ਤੁਸੀਂ, ਮੈਂ ਵੀ ਤੁਹਾਨੂੰ ਇੱਕ ਚੈਲੰਜ ਕਰਦਾ, ਜਾਓ। ਤੁਸੀਂ 1000 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਅੱਜ ਮਾਲਕ ਹੋ, 1000 1200 1500 ਕਰੋੜ ਦੀ ਜਾਇਦਾਦ ਦੇ ਮਾਲਕ ਹੋ। 4 ਭਰਾ ਹੋ ਤੁਸੀਂ ਪੰਜਵਾਂ ਮੈਨੂੰ ਕਹਿਤਾ ਵੀ ਮੈਂ ਭਰਾ ਆ, ਛੋਟਾ ਭਰਾ। ਫਿਰ ਛੋਟੇ ਭਰਾ ਦਾ ਹਿੱਸਾ ਵੀ ਵੱਧ ਹੋਣਾ ਚਾਹੀਦਾ। ਜੇ ਤੁਸੀਂ 1000 ਕਰੋੜ ਵੀ ਤੁਹਾਡਾ ਲਾ ਲੈਂਦੇ ਆ, 200 ਕਰੋੜ ਮੇਰੇ ਹਿੱਸੇ ਬਣਦਾ, ਫਿਰ ਥੋੜਾ 10 ਪੈਸੇ ਹੋਰ ਵੱਧ, ਮੈਨੂੰ 250 ਕਰੋੜ ਦਾ ਤੁਹਾਡਾ ਹਿੱਸਾ ਮੇਰਾ ਬਣ ਗਿਆ, ਕਿਉਂ ਮੇਰੇ ਸਾਹਮਣੇ ਛੋਟਾ ਬਣ ਗਿਆ। ਫਿਰ ਛੋਟੇ ਭਰਾ ਦਾ ਹਿੱਸਾ ਇੱਕ ਕੰਮ ਕਰ ਦਿਓ, ਜਿਹੜੇ ਗਰੀਬਾਂ ਦਾ ਤੁਸੀਂ ਖੂਨ ਚੂਸਿਆ ਨਾ, ਜਿਹੜੇ ਕਿਸਾਨਾਂ ਦਾ ਤੁਸੀਂ ਖੂਨ ਚੂਸਿਆ ਨਾ, ਜਿਹੜੇ ਹਲਕੇ ਵਾਲਿਆਂ ਦਾ ਤੁਸੀਂ ਖੂਨ ਚੂਸਿਆ ਨਾ, ਜਿਹੜੇ ਗਰੀਬਾਂ ਦੇ ਤੁਸੀਂ ਸਾਥ ਦੇ ਲਈ ਖੂਨ ਚੂਸ ਕੇ ਇੱਥੇ ਤੱਕ ਬਣੇ ਹੋ ਨਾ, ਉਹਨਾਂ ਦੇ ਵਿੱਚ ਵੰਡ ਦਿਓ। ਜੇ ਤੁਸੀਂ ਮੈਨੂੰ ਭਰਾ ਕਹਿੰਦੇ ਫਿਰ ਮੈਂ ਮੰਨੂਗਾ ਵੀ ਮੇਰੇ ਹਿੱਸੇ ਦਾ ਤੁਸੀਂ ਲੋਕਾਂ 'ਚ ਵੰਡਤਾ, ਫਿਰ ਤਾਂ ਮੈਨੂੰ ਖੁਸ਼ੀ ਵੀ ਹੋਊਗੀ, ਯਾਰ ਇਹਨਾਂ ਨੇ ਮੈਨੂੰ ਭਰਾ ਬਣਾਇਆ ਸੀ ਤੇ ਇਹ ਮੇਰਾ ਹਿੱਸਾ ਇਹਨਾਂ ਨੇ ਲੋਕਾਂ 'ਚ ਵੰਡਤਾ, ਫਿਰ ਮੈਂ ਮੰਨੂਗਾ ਤੈਨੂੰ ਭਰਾ। ਇਹ ਮੈਂ ਚੈਲੰਜ ਦੇ ਰਿਹਾ ਅੱਜ। ਜੇ ਤੁਸੀਂ ਵੰਡਣਾ ਤਾਂ ਹੈ ਨਹੀਂ, ਕਿਉਂਕਿ ਤੁਹਾਨੂੰ ਤਾਂ ਪੈਸੇ ਤੱਕ ਮਤਲਬ ਹੈ। ਮੈਂ ਨਰਾਈ ਵੀਰਾਂ ਨੂੰ ਜਿਹੜੇ ਫੰਡਿੰਗ ਕਰਦੇ ਉਹਨਾਂ ਨੂੰ ਮੈਂ ਖਾਸ ਕਰਕੇ ਕਹਿੰਦਾ, ਪਿੱਛੇ ਹਟ ਜਾਓ, ਇਹ ਬਹੁਤ ਪਾਪੀ ਹੈ। ਤੁਸੀਂ ਗਰਾਊਂਡ ਲੈਵਲ ਚੈੱਕ ਕਰੋ। ਜੇ ਅਸੀਂ ਗਲਤ ਆ, ਅਸੀਂ ਤੁਹਾਡੇ ਲੱਤ ਥੱਲੋਂ ਲੰਘਣ ਨੂੰ ਤਿਆਰ ਆ। ਇਹ ਗੁਰੂ ਘਰ ਚੜ ਜਾਵੇ ਵੀ ਮੈਂ ਇਮਾਨਦਾਰੀ ਨਾਲ ਪੈਸੇ ਕਮਾਏ ਆ, ਨਹੀਂ ਮੈਂ ਇਮਾਨਦਾਰੀ ਨਾਲ ਪੈਸੇ ਕਮਾਏ ਆ, ਜਾਓ ਅੱਜ ਤੋਂ ਬਾਅਦ ਮੈਂ ਇਹਦੀ ਜਿੰਦਾਬਾਦ ਕਰ ਦੂੰਗਾ। ਜੇ ਇਮਾਨਦਾਰੀ ਨਾਲ ਕਹਿ ਦੇਵੇ ਮੈਂ ਪੈਸੇ ਕਮਾਏ, ਗੁਰੂ ਘਰ ਚੜ ਕੇ ਆਪਣੇ ਬੱਚਿਆਂ ਨਾਲ ਲੈ ਜਾਵੇ ਵੀ ਮੈਂ ਇਮਾਨਦਾਰੀ ਨਾਲ ਪੈਸੇ ਕਮਾਏ ਆ, ਫਿਰ ਮੈਂ ਮੰਨਾਂਗਾ। ਨਹੀਂ ਤੇ ਬੈਂ ਸਾਹਿਬ ਇਹ ਤਿਆਰੀ ਕਰ ਲਓ ਹੁਣ ਤੁਸੀਂ। ਇਹ ਤਿਆਰੀ ਜੇ ਇਹ ਬਿਗਲ ਵੱਜ ਗਿਆ, ਜੇ ਇਹ ਗੁਰੂ ਸਾਹਿਬ ਦਾ ਨਗਾਰਾ ਵੱਜਿਆ, ਕਿਉਂਕਿ ਤੁਸੀਂ ਪਾਪ ਕਮਾਇਆ 75 ਦਿਨ 'ਚ, ਕਿਸੇ ਨੂੰ ਸ਼ਕਲ ਨਹੀਂ ਦਿਖਾਈ। ਤੁਹਾਡੇ ਹਲਕੇ ਵਾਲੇ ਰੋਂਦੇ ਰਹੇ, ਅਸੀਂ ਦੇਖਦੇ ਰਹੇ ਵੀ ਤੁਹਾਡੇ ਹਲਕੇ ਵਾਲੇ ਲਾਈਨਾਂ 'ਚ ਲੱਗ ਕੇ ਵੀ ਲੰਗਰ ਖਾਂਦੇ ਰਹੇ ਵੀ ਕਿੰਨਾ ਮਾੜੇ ਹਾਲਾਤ ਹੋਣਗੇ ਜਿਹੜੇ ਲਾਈਨਾਂ 'ਚ ਲੱਗਣਗੇ। ਸਾਨੂੰ ਸ਼ਰਮ ਆਉਂਦੀ ਹੈ ਇਸ ਗੱਲ ਨੂੰ ਦੱਸਦੇ ਹੋਏ, ਪਰ ਤੁਹਾਨੂੰ ਸ਼ਰਮ ਨਹੀਂ ਆਈ ਵੀ ਤੁਸੀਂ ਬਾਹਰ ਨਿਕਲੇ। ਮੈਂ ਹੁਣ ਤੁਹਾਨੂੰ ਦੱਸ ਦੇਣਾ, ਤੁਹਾਡੇ ਇੱਕ ਇੱਕ ਕਰਕੇ ਪੋਤਰੇ ਖੋਲੂੰਗਾ ਵੀ ਤੁਸੀਂ ਨਸ਼ੇ ਦੇ ਵਪਾਰੀ ਹੋ, ਤੁਸੀਂ ਗੈਂਗਸਟਰਾਂ ਦੀ, ਚੈਨ ਸਨੈਚਰਾਂ ਦੀ ਪਨਾਹਗਾਰ ਹੋ, ਤੁਸੀਂ ਕਿਸਾਨਾਂ ਦਾ ਖੂਨ ਚੂਸਣ ਵਾਲੇ ਹੋ, ਤੁਸੀਂ ਗਰੀਬਾਂ ਦਾ ਖੂਨ ਚੂਸਣ ਵਾਲੇ ਹੋ। ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਰਸ਼ ਪਾ ਕੇ ਰੱਖਣਾ ਚਾਹੁੰਦੇ, ਇੱਕ ਬੰਦੇ ਦਾ ਕੰਮ ਕਰਕੇ 99 ਬੰਦੇ ਖੜੇ ਕਰਦੇ ਕਿਤੇ। ਕਿਉਂ? ਕਿਉਂਕਿ ਤੁਸੀਂ ਦਿਖਾਣਾ ਚਾਹੁੰਦੇ ਵੀ ਮੇਰੀ ਦੁਕਾਨਦਾਰੀ ਬੜੀ ਵੱਡੀ ਚੱਲ ਰਹੀ, ਪਰ ਹੁਣ ਨਹੀਂ ਚੱਲਣੀ। ਹੁਣ ਇਹ ਸੱਜਣ ਠੱਗਣੀ, ਇਹ ਜਿਹੜੀ ਤੁਹਾਡਾ ਕਿਰਦਾਰ ਛਕਣੀ, ਮਾਮੇ ਵਾਲਾ ਕਿਰਦਾਰ ਹੁਣ ਚੱਲਣਾ ਨਹੀਂ। ਇਹ ਮਹਾਭਾਰਤ ਦਾ ਯੁੱਧ ਸ਼ੁਰੂ ਹੋ ਗਿਆ। ਉਸ ਪ੍ਰਮਾਤਮਾ ਦੀ ਹੁਣ ਚੱਕਰੀ ਚੱਲ ਗਈ ਹੈ। ਹੁਣ ਤੁਹਾਡੇ ਕਿਰਦਾਰ ਸਾਰਿਆਂ ਦੇ ਸਾਹਮਣੇ ਆ ਗਏ ਆ। ਤੁਹਾਡੀ 12-15 ਕਿੱਲੇ ਦੀ ਜਿਹੜੀ ਕੋਠੀ ਹੈ ਨਾ, ਇਹਦੇ ਵੀ ਕਾਗਜ਼ਾਤ ਕਢਵਾਵਾਂਗੇ, ਕਿਹੜੇ ਕਾਰਨਾਂ ਕਰਕੇ ਤੁਹਾਡੀ ਇਹਦੀ ਰਜਿਸਟਰੀ ਹੋਈ ਆ, ਤੁਸੀਂ ਕਿੱਦਾਂ ਬਣਾਇਆ, ਤੁਸੀਂ ਦਫ਼ਤਰ ਜਿਹੜੇ ਤੁਸੀਂ ਕਿੰਨੇ ਮਕਾਨ ਲਏ ਹੋਏ ਆ ਸ਼ਿਮਲਾਪੁਰੀ ਦੇ ਵਿੱਚ, ਇਹ ਕਿੱਥੋਂ ਲਏ ਆ, ਤੁਸੀਂ ਜਿਹੜੀਆਂ ਫੈਕਟਰੀਆਂ ਕਿੰਨੇ ਕਿੱਲਿਆਂ 'ਚ, ਕੋਈ ਕਹਿੰਦਾ 60 ਕਿੱਲੇ ਆ, ਕੋਈ 64 ਕਿੱਲੇ ਆ, ਕੋਈ 50 ਕਿੱਲੇ। ਚਲੋ ਇਹਦੇ ਮੈਂ ਹਰ ਚੀਜ਼, ਇੱਕ ਬਿਜਲੀ ਚੋਰ ਤੇ ਆਟਾ ਚੋਰ ਦਾ ਤੁਹਾਡੇ ਤੇ ਬੜਾ ਵੱਡਾ ਇਲਜ਼ਾਮ ਲੱਗਦਾ। ਮੈਂ ਸਾਰੇ ਤੱਥ ਕਢਾਊਂਗਾ, ਚਾਹੇ ਜਿੰਨੇ ਇੱਕ ਤੱਥ ਜਿਹੜੇ ਤੁਸੀਂ ਲੋਕਾਂ ਨੂੰ ਚੋਰ ਕਹਿੰਦੇ ਨਾ, ਅੱਜ ਕਹਿੰਦੇ ਜਦੋਂ ਇੱਕ ਉਂਗਲ ਕਰਦੇ ਤੇ 4 ਉਂਗਲਾਂ ਆਉਂਦੀਆਂ। ਮੇਰੇ ਨਾਲ ਕਢਾ ਲਓ, ਆਓ ਮੇਰੇ ਬਿਜ਼ਨਸ ਵਾਲਾ ਆਓ, ਮੈਂ ਆਪਣੇ ਸਾਰੇ ਚਿੱਠੇ ਤੁਹਾਡੇ ਸਾਹਮਣੇ ਰੱਖਣਾ। ਤੁਸੀਂ ਲਿਆਓ ਆਪਣੇ ਸਾਰੇ ਕਿੱਥੋਂ ਕਮਾਈ। ਜਿਹੜਾ ਬੰਦਾ ਸਾਈਕਲ ਤੋਂ ਕਾਰ ਤੱਕ ਤਾਂ ਪਹੁੰਚ ਸਕਦਾ ਹੈ, ਹਵਾਈ ਜਹਾਜ਼ ਤੱਕ ਨਹੀਂ ਪਹੁੰਚ ਸਕਦਾ। ਇੰਨੀ ਨਹੀਂ ਤੁਹਾਡੇ ਕੋਲ ਕੰਮ, ਤੁਹਾਡਾ ਬਿਜ਼ਨਸ ਸੀਗਾ ਵੀ ਪਹਿਲਾਂ ਬੜਾ ਵੱਡਾ ਲੈਂਡਲੋਡ ਸੀਗੇ, ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਸੀ, ਤੁਸੀਂ ਲੈਂਡਲੋਡ ਬਣ ਗਏ। ਹੁਣ ਤੁਹਾਡੇ ਇੱਕ ਇੱਕ ਕਰਕੇ ਮੈਂ ਪੋਤੜੇ ਖੋਲੂੰਗਾ। ਆ ਗੱਲ ਕੰਨ ਖੋਲ ਲੈਣਾ, ਮੈਂ ਤੁਹਾਡਾ ਘਰ ਘੇਰਨ ਆਣਾ, ਤੁਹਾਡਾ ਦਫ਼ਤਰ ਘੇਰਨ ਆਣਾ। ਤੁਸੀਂ ਕਹਿੰਦਾ ਆਓ ਵੈਲਕਮ ਹੈ, ਵੈਲਕਮ ਹੀ ਕਰੀਏ। ਹੁਣ ਭੱਜੀਓ ਨਾ ਤੁਸੀਂ, ਮੈਂ ਤੁਹਾਡੇ ਘਰ ਆਊਂਗਾ, ਮੈਨੂੰ ਡਰ ਕੋਈ ਨਹੀਂ। ਹਾਂ ਮੈਨੂੰ ਤੁਸੀਂ ਮਰਵਾ ਸਕਦੇ ਹੋ, ਪਰ ਮੇਰੀ ਜ਼ਬਾਨ ਨਹੀਂ ਚੁੱਪ ਕਰ ਸਕਦੇ। ਮੇਰੇ ਵਰਗੇ ਕਈ ਬੰਦੇ ਬੈਠੇ ਆ, 7 ਬੰਦੇ ਬੈਠੇ ਆ ਤੁਹਾਡੇ ਕੋਲ। ਮੈਂ ਸਾਰੇ ਲੋਕਾਂ ਨੂੰ ਲਾਸਟ 'ਚ ਅਪੀਲ ਕਰਦਾ, ਜਿੰਨੇ 7 ਲੋਕ ਆ, ਜਿੱਦਾਂ ਉਹ ਕਿਸਾਨ ਉੱਠ ਕੇ ਮੇਰੇ ਕੋਲ ਇਹਦੇ ਗਵੰਡੀ ਆਏ ਸੀਗੇ, ਜਿੱਦਾਂ ਬਿਜਲੀ ਚੋਰੀ ਵਾਲੇ ਬੰਦੇ ਇਹਦੇ ਆਂਦੇ ਪਏ ਆ, ਜਿੱਦਾਂ ਆ ਕਿਸਾਨ ਜਿਹੜਾ ਬਿਜਲੀ ਵਾਲਾ ਸਾਡੇ ਤੱਕ ਇਹਨਾਂ ਦੇ ਲਈ ਪਹੁੰਚਿਆ, ਏਦਾਂ ਹੀ ਲੋਕ ਹਤੈਸ਼ੀ ਉਹ ਲੋਕ ਅੱਜ ਬਾਹਰ ਆਣ, ਸਾਨੂੰ ਤੱਥ ਦੇਣ। ਅਸੀਂ ਨਾ ਡਰਦੇ ਆ, ਨਾ ਅੱਕਦੇ ਆ, ਨਾ ਥੱਕਦੇ ਆ। ਅਸੀਂ ਐਂਡ ਤੱਕ ਲੜਾਈ ਲੜਾਂਗੇ, ਜਾਨ ਦੀ ਪਰਵਾਹ ਨਹੀਂ ਕਰਾਂਗੇ, ਐਂਡ ਤੱਕ ਲੜਾਈ ਲੜਾਂਗੇ। ਕਿਉਂ? ਕਿਉਂਕਿ ਪ੍ਰਮਾਤਮਾ ਦੇ ਘਰ 'ਚ ਅਸੀਂ ਜਵਾਬਦੇਹੀ ਜਾ ਕੇ ਦੇਣੀ ਆ ਵੀ ਤੁਹਾਨੂੰ ਜੇ ਪ੍ਰਮਾਤਮਾ ਨੇ ਮੈਨੂੰ ਤਾਕਤ ਦੇ ਕੇ ਭੇਜਿਆ ਤੇ ਤੂੰ ਕੀਤਾ ਕੀ। ਤੇ ਇਹ ਸਾਡਾ ਫਰਜ਼ ਬਣਦਾ। ਤੇ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਇਹਦੇ ਝਾਂਸੇ ਨੇ ਨਾ ਆਉਣਾ। ਜਿਹੜਾ ਆਪਣੇ ਦੋਸਤਾਂ ਦਾ ਨਹੀਂ ਹੋਇਆ, ਜਿਹੜਾ ਆਪਣੇ ਪੰਜਾਬੀਆਂ ਦੇ ਨਹੀਂ ਹੋਇਆ, ਤੁਸੀਂ ਆਪਣੇ ਇਹਦੇ ਦੋਸਤ ਗਿਣਾ ਲਓ,
ਸਾਰੇ ਦੋਸਤ ਅੱਜ ਇਹਨੂੰ ਗਾਲਾਂ ਕੱਢਦੇ। ਕਾਰਨ ਕੀ ਹੈ ਕਿ ਸਾਰਿਆਂ ਨੂੰ ਪੌੜੀ ਬਣਾ ਕੇ ਉੱਤੇ ਚੜ ਗਿਆ, ਉੱਤੇ ਚੜ ਕੇ ਲੋਕਾਂ ਨੂੰ ਜੀਭ ਝਕਾਉਂਦਾ ਫਿਰਦਾ। ਹੁਣ ਜੀਭ ਚੱਕਣੀ ਕੋਈ ਨਹੀਂ, ਕਿਉਂਕਿ ਤੂੰ ਜਿੰਨੀ ਮਰਜ਼ੀ ਉੱਤੇ ਚੱਲ ਜਾਏ ਆਖਰ ਜ਼ਮੀਨ ਤੇ ਡਿੱਗਣਾ ਪੈਂਦਾ। ਜਿਹੜਾ ਪੰਛੀ ਵੀ ਉੱਡਦਾ ਨਾ ਉਹਨੂੰ ਵੀ ਜ਼ਮੀਨ ਤੇ ਆਉਣਾ ਪੈਂਦਾ। ਹਵਾਈ ਜਹਾਜ਼ ਉੱਪਰ ਉੱਡਦਾ ਨਾ ਉਹਨੂੰ ਵੀ ਜ਼ਮੀਨ ਤੇ ਆਖਰ ਲੈਂਡ ਕਰਨਾ ਪੈਂਦਾ। ਤੇ ਤੈਨੂੰ ਵੀ ਲੈਂਡ, ਤੇਰੀ ਲੈਂਡ ਹੋ ਗਈ ਆ, ਪਰਮਾਤਮਾ ਨੇ ਤੈਨੂੰ ਲੈਂਡ ਕਰਾਤਾ। ਹੁਣ ਤੇਰਾ ਜਹਾਜ਼ ਹੈ ਉੱਡਣ ਨਹੀਂ ਤੇਰਾ, ਕਿਉਂਕਿ ਤੇਰਾ ਜਹਾਜ਼ ਨਾ ਇਹ ਲੋਕਾਂ ਤੇ ਅੱਗ ਬਰਸਾ ਰਿਹਾ, ਪਾਣੀ ਨਹੀਂ ਬਰਸਾ ਰਿਹਾ, ਹਵਾ ਨਹੀਂ ਬਰਸਾ ਰਿਹਾ। ਇਸ ਕਰਕੇ ਯਾਦ ਰੱਖ ਲਈ ਵੀਰ, ਹੁਣ ਤੂੰ ਜਾਂ ਤਾਂ ਆਪਣੇ ਮੇਰੇ ਹਿੱਸੇ ਦੀ ਜਾਇਦਾਦ ਗਰੀਬਾਂ 'ਚ ਜਿਹੜਾ ਖੂਨ ਚੂਸਿਆ ਵੰਡ ਦੇ, ਤੇ ਜਾਂ ਤੂੰ ਤਿਆਰ ਹੋ ਜਾ, ਤੇਰੇ ਮੈਂ ਇੱਕ ਪੋਤੜੇ ਖੋਲੂੰਗਾ, ਇੱਕ ਪੋਤੜੇ ਖੋਲ ਕੇ ਤਾਂ ਹੀ ਸਾਹ ਲਊਂਗਾ। ਮੈਂ ਸਾਰੇ ਦੋਸਤਾਂ ਜਿਹੜੇ ਫੇਸਬੁੱਕ ਦੇ ਦੋਸਤਾਂ ਮੈਂ ਉਹਨਾਂ ਨੂੰ ਕਹਾਂਗਾ, ਬੇਨਤੀ ਕਰਾਂਗਾ